नाइन्थ क्लास गुड मॉर्निंग बेटा। एक बार फिर मैं ਤੁਹਾਡੇ ਸਾਹਮਣੇ विकास जुल्का मैथ मास्टर सरकारी सीनियर सैकेंडरी स्कूल मरदापुर डिस्ट्रिक्ट पटियाला ਅੱਜ ਤੁਹਾਡੇ ਨਾਲ ਫੇਰ ਰੂਬਰੂ ਹੋ ਰਿਹਾ ਹਾਂ ਇੱਕ ਨਵਾਂ ਟੌਪਿਕ ਲੈ ਕੇ। ਸੋ ਬੇਟਾ ਤੁਸੀਂ ਨੋਟ ਕੀਤਾ ਹੋਵੇਗਾ ਕਿ ਸਾਡਾ ਸਾਰਾ ਲਾਈਫ ਜਿਹੜੀ ਹੈ ਸਾਡਾ ਜੀਵਨ ਸਾਡਾ ਆਲਾ ਦੁਆਲਾ ਜਿਹੜਾ ਹੈ ਉਹ ਮੈਥਸ ਨਾਲ ਭਰਿਆ ਹੋਇਆ ਹੈ। ਅਸੀਂ ਆਪਣੇ ਜੀਵਨ ਦੀ ਕਲਪਨਾ ਮੈਥਮੈਟਿਕਸ ਦੇ ਬਗੈਰ ਨਹੀਂ ਕਰ ਸਕਦੇ। ਜਿਸ ਕਮਰੇ ਦੇ ਵਿੱਚ ਤੁਸੀਂ ਬੈਠੇ ਹੋ, ਜਿਹੜੇ ਬੈੱਡ ਉੱਤੇ ਬੈਠੇ ਹੋ, ਜਿਹੜਾ ਟੀਵੀ ਤੁਸੀਂ ਦੇਖ ਰਹੇ ਹੋ, ਉਹ ਸਾਰੀ ਆਕ੍ਰਿਤੀਆਂ ਮੈਥਮੈਟਿਕਲ ਸ਼ੇਪਸ ਨੇ। जिस कॉपी ਦੇ ਉੱਤੇ ਤੁਸੀਂ ਕੁਐਸਚਨਸ ਨੋਟ ਕਰੋਗੇ, ਜੋ ਪੈਨ ਤੁਹਾਡੇ ਹੱਥ ਵਿੱਚ ਹੋਏਗਾ, ਜੋ ਪੈਨ ਦਾ ਰਿਫਲ ਜਿਹੜਾ ਹੋਏਗਾ, ਮੇਰਾ ਇਹ ਵਾਈਟ ਬੋਰਡ ਜੋ ਹੈ, ਸੋ ਇਹ ਸਾਰਾ ਕੀ ਹੈ ਮੈਥਸ ਹੀ ਹੈ। ਇਵਨ ਕਿ ਜੋ ਬ੍ਰੇਕਫਾਸਟ ਵਿੱਚ ਜੋ ਚਪਾਤੀ ਤੁਸੀਂ ਖਾਧੀ ਹੋਏਗੀ ਉਹ ਵੀ ਕੀ ਹੈ ਇੱਕ ਮੈਥਮੈਟਿਕਲ ਸ਼ੇਪ ਦੀ ਬਣੀ ਹੋਈ ਹੈ। ਸੋ ਮੈਥਸ ਦੇ ਬਗੈਰ ਸਾਡੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਹ ਆਕ੍ਰਿਤੀਆਂ ਸਾਡੇ ਜੀਵਨ ਦੇ ਵਿੱਚ ਰਚ ਬਸ ਚੁੱਕੀਆਂ ਨੇ। ਜੜੀਆਂ ਵੀ ਕੰਸਟਰਕਸ਼ਨਸ ਹੋ ਰਹੀਆਂ ਨੇ, ਜੜੀਆਂ ਵੀ ਨਵੀਂ ਕਾਢਾਂ ਹੋ ਰਹੀਆਂ ਨੇ, ਉਹਨਾਂ ਦਾ ਬੇਸ ਕੀ ਹੈ ਮੈਥਸ ਹੈ। ਸੋ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਹੀ ਆਕ੍ਰਿਤੀ ਦੇ ਬਾਰੇ ਡਿਸਕਸ ਕਰਾਂਗਾ ਜਿਹਦੇ ਬਗੈਰ ਅਸੀਂ ਆਪਣੀ ਲਾਈਫ ਦੀ ਕਲਪਨਾ ਨਹੀਂ ਕਰ ਸਕਦੇ, ਜਿਹਨੇ ਸਾਡੀ ਜ਼ਿੰਦਗੀ ਨੂੰ ਇੱਕ ਰਫ਼ਤਾਰ ਦਿੱਤੀ ਔਰ ਜਿਹਨੇ ਸਾਡੀਆਂ ਕਈ ਮੁਸ਼ਕਲਾਂ ਨੂੰ ਆਸਾਨ ਬਣਾਇਆ। ਉਹ ਆਕ੍ਰਿਤੀ ਤੇ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਆਕ੍ਰਿਤੀ ਹੈ ਹੀ ਹੈ। ਸੋ ਕੁਝ ਨਵੀਆਂ ਕਾਢਾਂ ਜਿਹੜੀਆਂ ਰੋਜ਼ਾਨਾ ਜੀਵਨ ਵਿੱਚ ਵਰਤੀ ਜਾਣ ਵਾਲੀਆਂ ਚੀਜ਼ਾਂ ਸੀਗੀਆਂ ਉਹ ਵੀ ਉਸ ਆਕ੍ਰਿਤੀ ਦੇ ਉੱਤੇ ਬੇਸਡ ਹੀ ਹੈ। ਸੋ ਆਓ ਬੇਟਾ ਅੱਜ ਉਸ ਆਕ੍ਰਿਤੀ ਦੇ ਬਾਰੇ ਪੜ੍ਹਦੇ ਹਾਂ। ਸੋ ਤੁਹਾਡੇ ਵਿੱਚੋਂ ਦੱਸ ਸਕਦੇ ਹੋ, ਤੁਸੀਂ ਦੱਸ ਸਕਦੇ ਹੋ ਕਿ ਮੈਂ ਕਿਸ ਆਕ੍ਰਿਤੀ ਬਾਰੇ ਗੱਲ ਕਰ ਰਿਹਾ। ਓਕੇ, ਚਲੋ ਮੈਂ ਤੁਹਾਨੂੰ कुछ उदाहरण देना वा। स्क्रीन ते देखो बेटा, ਤੁਹਾਨੂੰ कुछ तस्वीरां नजर आ रही ने। ये उस आकृति दे नाल रलदियां मिलदियां तस्वीरां है और ਤੁਹਾਨੂੰ पता लग जाएगा कि यह शेप्स मैं किस शेप दे बारे किस आकृति दे बारे गल कर रहा वा। सो आइडिया हो गया होगा। गुड, ਤੁਹਾਡੇ ਚਿਹਰੇ ਦੀ ਸਮਾਈਲ ਦੱਸ ਰਹੀ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਅੱਜ ਕਿਹਦੇ ਬਾਰੇ ਪੜਾਂਗੇ। ਬਿਲਕੁਲ ਠੀਕ ਹੈ ਬੇਟਾ, ਅਸੀਂ ਅੱਜ ਚੱਕਰ ਦੇ ਬਾਰੇ ਪੜਾਂਗੇ। ਚੱਕਰ ਔਰ ਉਹਦੇ ਭਾਗਾਂ ਦੇ ਬਾਰੇ ਅਸੀਂ ਸਿੱਖਾਂਗੇ। ਚੱਕਰ ਕੀ ਹੈ? ਕਿਸੇ ਤਲ ਉਤੇ ਇੱਕ ਸਥਿਰ ਬਿੰਦੂ ਤੋਂ, ਇਹ ਦੇਖੋ ਇੱਕ ਸਥਿਰ ਬਿੰਦੂ ਹੈ, ਅਸੀਂ ਮੰਨ ਲਿਆ ਕਿ ਕੋਈ ਇੱਕ ਸਥਿਰ ਬਿੰਦੂ ਹੈ। ਉਸ ਬਿੰਦੂ ਤੋਂ ਨਿਸ਼ਚਿਤ ਦੂਰੀ ਤੇ ਜਿੰਨੇ ਵੀ ਬਿੰਦੂ ਹੈ ਉਹਨਾਂ ਨੂੰ ਮਿਲਾ ਕੇ ਜਿਹੜੀ ਬੰਦ ਆਕ੍ਰਿਤੀ ਸਾਡੇ ਸਾਹਮਣੇ ਆਂਦੀ ਹੈ ਉਹ ਕੀ ਹੁੰਦੀ ਹੈ? ਸਰਕਲ ਹੁੰਦੀ ਹੈ, ਚੱਕਰ ਹੁੰਦੀ ਹੈ। ਤੁਸੀਂ ਕੋਈ ਵੀ ਇੱਕ ਬਿੰਦੂ ਲੈ ਲਓ ਔਰ ਉਸ ਤੋਂ ਬਾਅਦ ਉਸ ਬਿੰਦੂ ਤੋਂ ਬਰਾਬਰ ਦੂਰੀ ਤੇ, ਸਮਾਨ ਦੂਰੀ ਤੇ, ਸਪੋਜ਼ ਉਹ ਦੂਰੀ 12 ਸੈਂਟੀਮੀਟਰ ਹੋ ਸਕਦੀ ਹੈ, 5 ਸੈਂਟੀਮੀਟਰ ਹੋ ਸਕਦੀ ਹੈ, 6 ਸੈਂਟੀਮੀਟਰ ਹੋ ਸਕਦੀ ਹੈ, ਪਰ ਅਸੀਂ ਦੂਰੀ ਵਧਾਣੀ ਘਟਾਣੀ ਨਹੀਂ ਹੈ। ਸਮਾਨ ਦੂਰੀ ਤੇ ਸਥਿਤ ਜਿੰਨੇ ਵੀ ਬਿੰਦੂ ਹੋਣਗੇ ਉਹਨਾਂ ਨੂੰ ਮਿਲਾ ਕੇ ਬੰਦ ਆਕ੍ਰਿਤੀ ਕੀ ਕਹਿਲਾਏਗੀ? ਚੱਕਰ। ਸੋ ਆਓ ਮੈਂ ਤੁਹਾਨੂੰ ਡਰਾ ਕਰਕੇ ਦਿਖਾਣਾ ਵਾ ਕਿ ਚੱਕਰ ਕਿਸ ਤਰ੍ਹਾਂ ਬਣ ਰਿਹਾ ਹੈ। तो ਇਹ ਦੇਖੋ ਬੇਟਾ, ਮੈਂ ਇਹ ਪ੍ਰਕਾਰ ਖੋਲ ਲਈ ਹੈ। ਹੁਣ ਮੈਂ ਜਿੰਨੀ ਪ੍ਰਕਾਰ ਖੋਲੀ ਹੈ ਬੇਟਾ, ਚਾਹੇ ਉਹ 5 ਸੈਂਟੀਮੀਟਰ ਹੈ ਜਾਂ 6 ਸੈਂਟੀਮੀਟਰ ਹੈ, ਮੈਂ ਪ੍ਰਕਾਰ ਦੀ ਨੀਡਲ ਜਿਹੜੀ ਹੈ, ਸੂਈ ਜਿਹੜੀ ਹੈ, ਉਹਨੂੰ ਕਾਪੀ ਉੱਤੇ ਰੱਖ ਦਿੱਤਾ ਇਸ ਪੇਜ ਉੱਤੇ। ਸੋ ਉਸ ਸੂਈ ਨੇ ਕੀ ਕੀਤਾ? ਇੱਕ ਫਿਕਸਡ ਪੁਆਇੰਟ ਸਿਲੈਕਟ ਕਰ ਲਿਆ। ਅਸੀਂ ਇੱਕ ਫਿਕਸਡ ਪੁਆਇੰਟ ਮੰਨ ਲਿਆ, ਇੱਕ ਨਿਸ਼ਚਿਤ ਬਿੰਦੂ ਅਸੀਂ ਮੰਨ ਲਿਆ। ਹੁਣ ਮੈਂ ਜਦੋਂ ਪੈਨਸਿਲ ਨੂੰ ਪੇਜ ਉੱਤੇ ਰੱਖ ਰਿਹਾ ਵਾਂ, ਮੈਂ ਉਸ ਪੁਆਇੰਟ ਤੋਂ ਇੱਕ ਫਿਕਸਡ ਦੂਰੀ, ਮੰਨ ਲਓ ਮੈਂ 5 ਸੈਂਟੀਮੀਟਰ ਪ੍ਰਕਾਰ ਖੋਲੀ ਹੋਈ ਹੈ ਜਾਂ 6 ਸੈਂਟੀਮੀਟਰ ਖੋਲੀ ਹੋਈ ਹੈ, ਉਸ ਬਿੰਦੂ ਤੋਂ 6 ਸੈਂਟੀਮੀਟਰ ਦੂਰ मैं वो एक दूसरा बिंदु सिलेक्ट कर लिया बेटा। हुण मैं जिस तरह प्रकार नूं घुमांदा जावांगा, पेंसिल नूं घुमांदा जावांगा, पेंसिल की करेगी जो फिक्स्ड बिंदु असी सिलेक्ट किया सीगा उस तो समान दूरी ते, जे मैं प्रकार 6 सेंटीमीटर खोली है ते 6 सेंटीमीटर दूरी ते, जे मैं 7 सेंटीमीटर खोली है ते 7 सेंटीमीटर दूरी ते, जे मैं 8 सेंटीमीटर खोली है ते 8 सेंटीमीटर दूरी ते स्थित जिन्ने बिंदु है
ਉਹਨਾਂ ਨੂੰ ਉਸ ਪੈਨਸਿਲ ਨੇ ਮਿਲਾਣਾ ਸ਼ੁਰੂ ਕਰ ਦਿੱਤਾ ਔਰ ਮਿਲਾਉਂਦੇ ਮਿਲਾਉਂਦੇ ਜਦੋਂ ਉਹ ਆਕਰਤੀ ਬੰਦ ਹੋ ਜਾਏਗੀ, ਕਲੋਜ਼ਡ ਹੋ ਜਾਏਗੀ, ਤਾਂ ਜਿਹੜੀ ਆਕਰਤੀ ਸਾਡੇ ਸਾਹਮਣੇ ਆਏਗੀ ਉਹ ਕੀ ਹੋਏਗੀ ਬੇਟਾ ਜੀ? ਇੱਕ ਸਰਕਲ। ਔਰ ਜੋ ਪੁਆਇੰਟ, ਜਿਹੜਾ ਫਿਕਸਡ ਪੁਆਇੰਟ ਅਸੀਂ ਲਿੱਤਾ ਸੀਗਾ, ਉਹ ਉਸ ਚੱਕਰ ਦਾ ਕੀ ਹੋਏਗਾ? ਕੇਂਦਰ ਹੋਏਗਾ, ਸੈਂਟਰ ਹੋਏਗਾ। ਸੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇੱਕ ਸਰਕਲ ਡਰਾ ਕਿਸ ਤਰ੍ਹਾਂ ਕੀਤਾ ਗਿਆ ਹੈ, ਇੱਕ ਸਰਕਲ ਆਕਰਤੀ ਕਿਸ ਤਰ੍ਹਾਂ ਬਣ ਰਹੀ ਹੈ। ਸੋ 9th ਕਲਾਸ ਇੱਕ ਚੀਜ਼ ਤੁਸੀਂ ਧਿਆਨ ਰੱਖਣੀ ਹੈ, ਜੋ ਬਲੈਕ ਕਲਰ ਦੇ ਵਿੱਚ ਤੁਸੀਂ ਇੱਕ ਸ਼ੇਪ ਦੇਖ ਰਹੇ ਹੋ, ਸਿਰਫ ਔਰ ਸਿਰਫ ਉਹੀ ਸਰਕਲ ਹੈ ਬੇਟਾ। ਇਸ ਸਰਕਲ ਨੇ ਤਲ ਨੂੰ 3 ਹਿੱਸਿਆਂ 'ਚ ਵੰਡ ਦਿੱਤਾ ਹੈ। ਇੱਕ ਹਿੱਸਾ ਜਿਹੜਾ ਸਰਕਲ ਤੋਂ ਬਾਹਰ ਵਾਲਾ ਹਿੱਸਾ ਹੈ, ਇੱਕ ਹਿੱਸਾ ਜਿਹੜਾ ਸਰਕਲ ਦੇ ਅੰਦਰ ਹੈ, ਔਰ ਇੱਕ ਹਿੱਸਾ ਜਿਹੜਾ ਸਰਕਲ ਆਪ ਹੈ। ਸੋ ਇਹ ਜਿਹੜੀ ਕਾਲੀ ਆਕ੍ਰਿਤੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ, ਸਿਰਫ ਔਰ ਸਿਰਫ ਉਹੀ ਚੱਕਰ ਹੈ ਬੇਟਾ। ਉਹਦੇ ਅੰਦਰ ਵਾਲਾ ਹਿੱਸਾ ਚੱਕਰ ਨਹੀਂ ਹੈ। ਅਸੀਂ ਉਹਨੂੰ ਸਰਕੂਲਰ ਰੀਜਨ ਕਹਿ ਸਕਦੇ ਹਾਂ, ਚੱਕਰੀ ਖੇਤਰ ਕਹਿ ਸਕਦੇ ਹਾਂ, ਪਰ ਉਹ ਚੱਕਰ ਨਹੀਂ ਹੈ। ਸੋ ਅਸੀਂ ਜਦੋਂ ਵੀ ਕਦੀ ਕੋਈ ਪਲੇਟ ਦੇਖਦੇ ਹਾਂ, ਕੋਈ ਕਾਇਨ ਦੇਖਦੇ ਹਾਂ, ਕੋਈ ਡਿਸਕ ਦੇਖਦੇ ਹਾਂ, ਕੋਈ ਬੋਰਡ ਦੇਖਦੇ ਹਾਂ, ਸੋ ਅਸੀਂ ਉਹਨਾਂ ਨੂੰ ਚੱਕਰ ਨਹੀਂ ਕਹਿੰਦੇ ਕਿ ਇਹ ਚੱਕਰ ਨੇ। ਇਹ ਚੱਕਰਾਕਾਰ ਆਕ੍ਰਿਤੀਆਂ ਬੇਟਾ, ਸਰਕੂਲਰ, ਉਹਨਾਂ ਵਾਸਤੇ ਵਰਡ ਕੀ ਯੂਜ਼ ਹੁੰਦਾ ਹੈ? ਸਰਕੂਲਰ। ਸੋ ਸਰਕਲ ਔਰ ਸਰਕੂਲਰ ਦਾ ਡਿਫਰੈਂਸ ਤੁਹਾਨੂੰ ਸਮਝ ਆਣਾ ਚਾਹੀਦਾ ਹੈ। 9th ਕਲਾਸ ਸਾਡੇ ਸਾਹਮਣੇ ਦੇਖੋ ਬੇਟਾ, ਇੱਕ ਚੱਕਰ ਬਣਿਆ ਹੋਇਆ ਹੈ ਔਰ ਇਹ ਇਹਦਾ ਕੇਂਦਰ ਹੈ O। ਹੁਣ ਚੱਕਰ ਦੇ ਉੱਤੇ ਤੁਸੀਂ ਕੋਈ ਵੀ ਬਿੰਦੂ ਲੈ ਲਓ। ਮੈਂ ਇੱਥੇ ਇੱਕ ਬਿੰਦੂ ਲੈ ਲਿਆ A, ਇੱਥੇ ਇੱਕ ਬਿੰਦੂ ਲੈ ਲਿਆ B ਔਰ ਇੱਥੇ ਇੱਕ ਬਿੰਦੂ ਲੈ ਲਿਆ C। ਸੋ ਕੇਂਦਰ ਤੋਂ ਇਹਨਾਂ ਬਿੰਦੂਆਂ ਦੀ ਦੂਰੀ OA, OB ਔਰ OC, ਇਹ ਦੂਰੀ ਬੇਟਾ ਇੱਕ ਸਮਾਨ ਹੋਏਗੀ। ਸਿਰਫ O ਨਾਲ A ਦੀ B ਜਾਂ C ਨਾਲ ਨਹੀਂ, ਤੁਸੀਂ ਚੱਕਰ ਦੇ ਉੱਤੇ ਕੋਈ ਵੀ ਬਿੰਦੂ ਲੈ ਲਓ, ਉਹ ਦੂਰੀ ਜਿਹੜੀ ਹੈ ਕੇਂਦਰ ਤੋਂ ਇੱਕ ਸਮਾਨ ਹੋਏਗੀ। ਕਿਉਂ? ਕਿਉਂਕਿ ਅਸੀਂ ਪਹਿਲੇ ਹੀ ਇਹ ਜਿਹੜਾ ਚੱਕਰ ਖਿੱਚਿਆ ਸੀਗਾ, ਉਹ ਕੇਂਦਰ ਤੋਂ ਜਿਹੜਾ ਉਹ ਬਿੰਦੂ ਸੀ, ਉਸ ਤੋਂ ਸਮਾਨ ਦੂਰੀ ਤੇ ਸਥਿਤ ਸਾਰੇ ਬਿੰਦੂਆਂ ਨੂੰ ਮਿਲਾ ਕੇ ਬਣਾਇਆ ਸੀਗਾ। ਸੋ ਤੁਹਾਡੇ ਕੋਈ ਵੀ ਬਿੰਦੂ ਤੁਸੀਂ ਲੈ ਲੋਗੇ, ਉਹ ਦੂਰੀ ਕੀ ਹੋਏਗੀ? ਕੇਂਦਰ O ਤੋਂ ਇੱਕ ਸਮਾਨ। ਇਸ ਦੂਰੀ ਨੂੰ ਕੀ ਕਹਿੰਦੇ ਆ? R ਯਾਨੀ ਕਿ ਰੇਡੀਅਸ, ਅਰਧ ਵਿਆਸ। ਕੀ ਕਹਿੰਦੇ ਆ? ਅਰਧ ਵਿਆਸ। ਸੋ ਜਦੋਂ ਅਸੀਂ ਪ੍ਰਕਾਰ ਖੋਲ ਲੈਂਦੇ ਆ, 5 ਸੈਂਟੀਮੀਟਰ ਹੈ, 7 ਸੈਂਟੀਮੀਟਰ ਹੈ ਜਾਂ 8 ਸੈਂਟੀਮੀਟਰ ਹੈ, ਔਰ ਉਹਦੀ ਨੀਡਲ ਨੂੰ, ਉਹਦੀ ਸੂਈ ਨੂੰ ਅਸੀਂ ਜਦੋਂ ਰੱਖ ਕੇ ਸਰਕਲ ਡਰਾ ਕਰਦੇ ਆ ਬੇਟਾ, ਤਾਂ ਉਹ ਜਿੰਨੀ ਪ੍ਰਕਾਰ ਅਸੀਂ ਖੋਲੀ ਹੁੰਦੀ ਹੈ, ਉਸ ਚੱਕਰ ਦਾ ਕੀ ਹੁੰਦੀ ਹੈ? ਅਰਧ ਵਿਆਸ ਹੁੰਦੀ ਹੈ। ਹੁਣ ਜੇ ਤੁਸੀਂ ਇੱਥੇ O ਬਿੰਦੂ ਤੋਂ ਦੂਰ ਕੋਈ ਇੱਕ ਬਿੰਦੂ ਲੈਂਦੇ ਹੋ, ਜੇ ਉਸ ਬਿੰਦੂ ਦੀ ਦੂਰੀ ਅਰਧ ਵਿਆਸ ਨਾਲੋਂ ਜ਼ਿਆਦਾ ਹੈ, ਤਾਂ ਉਹ ਬਿੰਦੂ ਜਿਹੜਾ ਹੈ ਉਹ ਕੀ ਹੋਏਗਾ? ਚੱਕਰ ਦੇ ਬਾਹਰ ਆ ਜਾਏਗਾ। ਉਹ ਬਿੰਦੂ ਕੀ ਹੋਏਗਾ? ਚੱਕਰ ਦੇ ਬਾਹਰ ਆ ਜਾਏਗਾ। ਇਹ ABC ਆਪਾਂ ਸਮਝ ਲੈਂਦੇ ਆ, ਇਹ D ਆ ਜਾਏਗਾ ਤੁਹਾਡੇ ਕੋਲ, ਔਰ ਇਹ ਕੀ ਆ ਜਾਏਗਾ? ਬਿੰਦੂ E ਆ ਜਾਏਗਾ ਬੇਟਾ। ਕਿਉਂ? ਕਿਉਂਕਿ ਇਹਨਾਂ ਦੀ ਦੂਰੀ ਕੀ ਹੈ? ਅਰਧ ਵਿਆਸ ਨਾਲੋਂ ਜ਼ਿਆਦਾ ਹੈ। ਇਸ ਕਰਕੇ ਇਹ ਬਿੰਦੂ ਚੱਕਰ ਦੇ ਉੱਤੇ ਨਹੀਂ ਆਣਗੇ। ਜੇ ਕਿਸੇ ਬਿੰਦੂ ਦੀ ਦੂਰੀ O ਤੋਂ ਅਰਧ ਵਿਆਸ ਨਾਲੋਂ ਘੱਟ ਹੈ, ਅਸੀਂ ਅਰਧ ਵਿਆਸ ਮੰਨ ਲਓ OA ਜਿਹੜਾ ਹੈ, ਅਸੀਂ ਮੰਨ ਲਓ ਇੱਥੇ 6 ਲਿੱਤਾ ਹੋਇਆ ਹੈ, 6 ਸੈਂਟੀਮੀਟਰ ਲਿੱਤਾ ਹੋਇਆ ਹੈ। ਸੋ ਜੇ ਉਹ ਬਿੰਦੂ ਤੋਂ ਕਿਸੇ ਬਿੰਦੂ ਦੀ ਦੂਰੀ 6 ਸੈਂਟੀਮੀਟਰ ਤੋਂ ਘੱਟ ਹੈ, ਤਾਂ ਉਹ ਬਿੰਦੂ ਜਿਹੜਾ ਹੈ ਬੇਟਾ, ਉਹ ਕੀ ਹੋਏਗਾ? ਸਰਕਲ ਦੇ ਅੰਦਰ ਆ ਜਾਏਗਾ। ਤੇ ਇਹ ਬਿੰਦੂ ਕੀ ਹੋਣਗੇ? ਇਹ ਸਰਕਲ ਦੇ ਅੰਦਰ ਆ ਜਾਣਗੇ, ਕਿਉਂਕਿ ਇਹਨਾਂ ਦੀ ਦੂਰੀ ਜਿਹੜੀ ਹੈ ਅਰਧ ਵਿਆਸ ਨਾਲੋਂ ਕੀ ਹੈ? ਘੱਟ ਹੈ। और जे किसी बिंदु की दूरी अर्ध व्यास से बराबर है से 6 सेंटीमीटर ही है, तो वो बिंदु जड़ा है वो की होएगा? सर्कल दे ऊपर आ जाएगा। सो ए बिंदु की हो गए? सर्कल दे ऊपर आ गए। सो ये गल याद रखनी है बेटा, जे किसी दिते हुए चक्कर दे विच, ठीक है, किसे असी कोई बिंदु ड्रॉ करना है, जे वो बिंदु की दूरी अर्ध व्यास नालों घट है, ਤਾਂ ਉਹ ਚੱਕਰ ਦੇ ਅੰਦਰਲੇ ਪਾਸੇ ਆਏਗਾ। ਜੇ ਕਿਸੇ ਦੀ ਬਿੰਦੂ ਦੀ ਦੂਰੀ ਅਰਧ ਵਿਆਸ ਨਾਲੋਂ ਜ਼ਿਆਦਾ ਦਿੱਤੀ ਹੋਈ ਹੈ, ਰੇਡੀਅਸ ਨਾਲੋਂ ਜ਼ਿਆਦਾ ਦਿੱਤੀ ਹੋਈ ਹੈ, ਉਹ ਚੱਕਰ ਦੇ ਉੱਤੇ ਜਾਂ ਅੰਦਰ ਨਾ ਆ ਕੇ ਚੱਕਰ ਦੇ ਬਾਹਰਲੇ ਖੇਤਰ ਉੱਤੇ ਆਏਗਾ। ਔਰ ਜੇ ਕਿਸੇ ਬਿੰਦੂ ਨੂੰ ਅਸੀਂ ਡਰਾ ਕਰਨਾ ਹੈ ਤੇ ਉਹਦੀ ਦੂਰੀ ਜਿਹੜੀ ਹੈ ਅਰਧ ਵਿਆਸ ਦੇ ਬਰਾਬਰ ਹੈ, ਤਾਂ ਉਹ ਕੀ ਹੋਏਗੀ? ਚੱਕਰ ਦੇ ਉੱਪਰ ਹੀ ਆਏਗੀ। ਜਿਵੇਂ H ਔਰ ਬਿੰਦੂ I ਜਿਹੜੇ ਹੈ ਉਹ ਚੱਕਰ ਦੇ ਉੱਪਰ ਆਏ ਹੈ। ਅਸੀਂ ਹੁਣ ਇਸ ਚੱਕਰ ਦੇ ਉੱਤੇ ਕੋਈ ਦੋ ਬਿੰਦੂ ਲੈ ਲੈਣੇ ਆ, ਬਿੰਦੂ A ਔਰ ਬਿੰਦੂ B। ਜਦੋਂ ਅਸੀਂ ਇਹਨਾਂ ਦੋਨਾਂ ਬਿੰਦੂਆਂ ਨੂੰ ਮਿਲਾ ਦਵਾਂਗੇ ਤੇ ਸਾਡੇ ਸਾਹਮਣੇ ਇਹ ਦੇਖੋ ਇੱਕ ਭੁਜਾ ਜਾਂ ਰੇਖਾਖੰਡ ਕਹਿ ਲਓ, ਇਹ ਤਾਂ ਸਾਡੇ ਸਾਹਮਣੇ ਆਈ ਹੈ।
ਇਹਨੂੰ ਇਹਨੇ ਚੱਕਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਹੈ। ਸੋ ਇਹਨੂੰ ਅਸੀਂ ਕੀ ਕਹਿੰਦੇ ਆ, ਕੌਰਡ, ਜੀਵਾ ਕਹਿੰਦੇ ਆ। ਸੋ ਇਹ ਚੱਕਰ ਦੀ ਜੀਵਾ ਹੈ, ਜੀਵਾ AB, ਜੀਵਾ AB। ਸੋ ਬੇਟਾ ਇਹਨੇ ਇਸ ਚੱਕਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਤਾ। ਤੁਸੀਂ ਦੇਖੋ ਇਹ ਜਿਹੜਾ ਵੱਡਾ ਚੱਕਰ ਹੈ, ਇਹ ਹਿੱਸਾ ਹੈ ਵੱਡਾ ਹਿੱਸਾ, ਇਹਨੂੰ ਅਸੀਂ ਕੀ ਕਵਾਂਗੇ, ਦੀਰਘ ਚੱਕਰਖੰਡ। ਔਰ ਇਹ ਜਿਹੜਾ ਛੋਟਾ ਹਿੱਸਾ ਹੈ ਇਹਨੂੰ ਅਸੀਂ ਕੀ ਕਵਾਂਗੇ, ਲਘੂ ਚੱਕਰਖੰਡ। ਸੋ ਇਹ ਤੁਹਾਡੀ ਹੈ ਮੇਜਰ ਸੈਗਮੈਂਟ ਔਰ ਇਹ ਤੁਹਾਡੀ ਕੀ ਹੈ, ਮਾਈਨਰ ਸੈਗਮੈਂਟ। ਸੋ ਵੱਡਾ ਹਿੱਸਾ ਦੀਰਘ ਚੱਕਰਖੰਡ, ਛੋਟਾ ਹਿੱਸਾ ਲਘੂ ਚੱਕਰਖੰਡ। ਇੱਕ ਚੀਜ਼ ਬੇਟਾ ਇਹ ਧਿਆਨ ਦੇ ਵਿੱਚ ਰੱਖਣਾ, ਜ਼ਰੂਰੀ ਨਹੀਂ ਹੈ ਕਿ ਤੁਹਾਡਾ ਚੱਕਰਖੰਡ ਜਿਹੜਾ ਦੀਰਘ ਚੱਕਰਖੰਡ ਉੱਪਰ ਆਏਗਾ ਜਾਂ ਲਘੂ ਚੱਕਰਖੰਡ ਨੀਚੇ ਆਏਗਾ। ਇਹ ਦੀਰਘ ਚੱਕਰਖੰਡ ਔਰ ਲਘੂ ਚੱਕਰਖੰਡ ਜੀਵਾ ਦੀ ਪੋਜੀਸ਼ਨ ਉੱਤੇ ਡਿਪੈਂਡ ਕਰੇਗਾ। ਜੇ ਤੁਹਾਡੀ ਕੌਰਡ ਜਿਹੜੀ ਹੈ ਉਹ ਇੱਧਰ ਕਿਧਰੇ ਡਰਾ ਕੀਤੀ ਹੋਈ ਹੈ ਤੇ ਫਿਰ ਤੁਹਾਡਾ ਹੋ ਸਕਦਾ ਹੈ ਦੀਰਘ ਚੱਕਰਖੰਡ ਨਿਚਲੇ ਵਾਲੇ ਪਾਸੇ ਆ ਜਾਏ, ਜੇ ਔਰ ਲਘੂ ਚੱਕਰਖੰਡ ਕੀ ਹੈ ਉੱਪਰ ਵਾਲੇ ਪਾਸੇ ਆ ਜਾਏ। ਜੇ ਤੁਹਾਡੀ ਕੌਰਡ ਜਿਹੜੀ ਹੈ ਇਸ ਤਰ੍ਹਾਂ ਡਰਾ ਕੀਤੀ ਹੋਈ ਹੈ, ਹੋ ਸਕਦਾ ਹੈ ਦੀਰਘ ਚੱਕਰਖੰਡ ਇਸ ਪਾਸੇ ਆ ਜਾਏ, ਲਘੂ ਚੱਕਰਖੰਡ ਇਸ ਪਾਸੇ ਆ ਜਾਏ। ਅਸੀਂ ਸਿਰਫ ਧਿਆਨ ਇਹ ਰੱਖਣਾ ਹੈ ਕਿ ਚੱਕਰਖੰਡ ਦਾ ਵੱਡਾ ਹਿੱਸਾ ਕਿਹੜਾ ਹੈ, ਉਹਦਾ ਕੀ ਬਣ ਜਾਏਗਾ, ਦੀਰਘ ਚੱਕਰਖੰਡ, ਔਰ ਇਹ ਕੀ ਬਣ ਜਾਏਗਾ, ਲਘੂ ਚੱਕਰਖੰਡ। ਨੌਵੀਂ ਜਮਾਤ ਅਸੀਂ ਹੁਣੇ ਬੇਟਾ ਕੌਰਡ ਯਾਨੀ ਕਿ ਜੀਵਾ ਦੇ ਬਾਰੇ ਪੜਿਆ। ਸੋ ਹੁਣ ਮੈਂ ਤੁਹਾਡੇ ਸਾਹਮਣੇ ਕੁਝ ਕੌਰਡਸ ਡਰਾ ਕੀਤੀਆਂ ਹੋਈਆਂ ਮੈਂ, IJ, GH, AB, CD, EF। तो बेटा तुसी देखो ए कॉर्ड छोटी है, उस तो वड्डी है, ए उस तो वड्डी है, फिर कॉर्ड छोटी हो रही है, छोटी हो रही है। सो एस कॉर्ड यानी एस जीवा दी की खासियत है, ए देखो ए तुहाडी जीवा जड़ी है ए तुहाडे केंद्र तो होके गुजरदी पई है और दो बिंदुआं नू चक्कर दे दो बिंदुआं नू की करदी पई है, टच करदी पई है। सो जड़ी जीवा ਚੱਕਰ ਦੇ ਕੇਂਦਰ ਤੋਂ ਗੁਜ਼ਰ ਜਾਵੇ ਉਹ ਜੀਵਾ ਚੱਕਰ ਦਾ ਡਾਇਆਮੀਟਰ ਯਾਨੀ ਕਿ ਵਿਆਸ ਬਣ ਜਾਂਦੀ ਹੈ। ਇਹ ਚੱਕਰ ਦਾ ਕੇਂਦਰ ਹੈ। ਕੇਂਦਰ ਤੋਂ ਮੈਂ ਤੁਹਾਨੂੰ ਦੱਸਿਆ ਸੀ ਕਿਸੇ ਬਿੰਦੂ ਦੀ ਦੂਰੀ ਜਿਹੜੀ ਹੈ ਕੀ ਕਹਿਲਾਂਦੀ ਹੈ, ਅਰਧ ਵਿਆਸ। O ਤੋਂ B ਤੱਕ ਕੀ ਹੈ, ਅਰਧ ਵਿਆਸ, ਔਰ O ਤੋਂ A ਤੱਕ ਕੀ ਹੈ, ਅਰਧ ਵਿਆਸ। ਸੋ ਇਹ ਦੋ ਅਰਧ ਵਿਆਸ ਮਿਲ ਕੇ ਕੀ ਬਣ ਜਾਂਦੇ ਆ, ਵਿਆਸ ਬਣ ਜਾਂਦੇ ਆ। ਚੱਕਰ ਦਾ ਕੀ ਬਣ ਜਾਂਦਾ ਹੈ, ਡਾਇਆਮੀਟਰ। ਸੋ ਯਾਦ ਰੱਖਣਾ ਲੌਂਗੇਸਟ ਕੋਡ ਆਫ ਅ ਸਰਕਲ, ਸਭ ਤੋਂ ਲੰਬੀ ਜਿਹੜੀ ਜੀਵਾ ਹੈ ਉਹ ਚੱਕਰ ਦੀ ਡਾਇਆਮੀਟਰ ਯਾਨੀ ਕਿ ਵਿਆਸ ਬਣਦੀ ਹੈ। ਸੋ ਔਰ ਜੋ ਵਿਆਸ ਹੈ ਉਹ ਕੀ ਹੁੰਦਾ ਹੈ, ਅਰਧ ਵਿਆਸ ਦਾ ਦੁੱਗਣਾ। ਸੋ ਡਾਇਆਮੀਟਰ ਵਿਆਸ, ਅਸੀਂ ਡਾਇਆਮੀਟਰ ਨੂੰ ਆਮ ਤੌਰ ਤੇ ਸਮਾਲ d ਦੇ ਨਾਲ ਲਿਖਦੇ ਹਾਂ। ਉਹ ਕਿਹਦੇ ਬਰਾਬਰ ਹੈ, 2 ਗੁਣਾ ਅਰਧ ਵਿਆਸ, ਅਰਧ ਵਿਆਸ ਦਾ ਦੁੱਗਣਾ। ਔਰ ਅਰਧ ਵਿਆਸ ਨੂੰ ਅਸੀਂ ਕਿਹਦੇ ਨਾਲ ਲਿਖਦੇ ਹਾਂ, r ਦੇ ਨਾਲ, ਸਮਾਲ r ਦੇ ਨਾਲ। सो d is equal to 2 multiply r, ਇਹ ਕੀ ਹੋ ਜਾਂਦਾ ਹੈ, 2r ਹੋ ਜਾਂਦਾ ਬੇਟਾ, ਯਾਨੀ ਕਿ ਅਰਧ ਵਿਆਸ ਦਾ ਦੁੱਗਣਾ। ਸੋ ਇੱਕ ਐਗਜ਼ਾਮਪਲ ਦੇਣ ਵਾਸਤੇ ਤੁਹਾਨੂੰ ਸਮਝਾ ਰਿਹਾ, ਮੰਨ ਲਓ ਕਿਸੇ ਚੱਕਰ ਦਾ ਅਰਧ ਵਿਆਸ 5 ਸੈਂਟੀਮੀਟਰ ਹੈ, ਰੇਡੀਅਸ ਉਹਦੀ 5 ਸੈਂਟੀਮੀਟਰ ਹੈ, ਤਾਂ ਉਹਦਾ ਡਾਇਆਮੀਟਰ ਕੀ ਹੋਏਗਾ, 2r ਹੋਏਗਾ, 2 multiply r, ਯਾਨੀ ਕਿ ਉਹਦਾ ਟਵਾਈਸ, ਉਹਦਾ ਦੁੱਗਣਾ, 2 ਗੁਣਾ 5 ਕਿਹਦੇ ਬਰਾਬਰ ਆ ਜਾਏਗਾ, 10 ਸੈਂਟੀਮੀਟਰ ਦੇ ਬਰਾਬਰ ਆ ਜਾਏਗਾ। ਸੋ ਤੁਹਾਡੇ ਸਾਹਮਣੇ ਇਸ ਚੱਕਰ ਦੇ ਵਿੱਚ ਬੇਟਾ ਇਹਨੂੰ ਧਿਆਨ ਨਾਲ ਦੇਖੋ, ਤੁਹਾਨੂੰ ਦਿਖ ਰਿਹਾ ਹੈ ਕਿ ਸਭ ਤੋਂ ਲੌਂਗੇਸਟ ਕੋਡ ਜਿਹੜੀ ਹੈ ਉਹ ਚੱਕਰ ਦੀ ਕੀ ਹੈ, ਡਾਇਆਮੀਟਰ ਹੈ। ਇਹ ਡਾਇਆਮੀਟਰ ਯਾਨੀ ਵਿਆਸ ਚੱਕਰ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡ ਦਿੰਦਾ ਹੈ। ਹੋਰ ਕੋਈ ਕੋਡ ਜਿਹੜੀ ਹੈ ਚੱਕਰ ਨੂੰ ਮੇਜਰ ਸੈਗਮੈਂਟ ਔਰ ਮਾਈਨਰ ਸੈਗਮੈਂਟ ਯਾਨੀ ਕਿ ਦੀਰਘ ਚੱਕਰਖੰਡ ਔਰ ਲਘੂ ਚੱਕਰਖੰਡ ਦੇ ਵਿੱਚ ਵੰਡਦੀ ਹੈ। ਇੱਕ ਹਿੱਸਾ ਜ਼ਰੂਰ ਵੱਡਾ ਹੋਏਗਾ, ਦੂਸਰਾ ਹਿੱਸਾ ਛੋਟਾ ਹੋਏਗਾ, लेकिन ਚੱਕਰ ਦਾ ਡਾਇਆਮੀਟਰ ਯਾਨੀ ਕਿ ਚੱਕਰ ਦਾ ਵਿਆਸ ਚੱਕਰ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡੇਗਾ, ਯਾਨੀ ਕਿ ਅਰਧ ਚੱਕਰ ਦੇ ਵਿੱਚ, ਸੈਮੀ ਸਰਕਲ ਦੇ ਵਿੱਚ ਵੰਡ ਦੇਗਾ। ਉਹ ਦੋਨੋਂ ਹਿੱਸੇ ਕੀ ਹੋਣਗੇ, ਆਪਸ ਵਿੱਚ ਬਰਾਬਰ। ਸੋ ਬੇਟਾ ਹੁਣ ਅਸੀਂ ਚੱਕਰ ਦੀ ਚਾਪ ਦੇ ਬਾਰੇ ਪੜਾਂਗੇ। ਆਰਕ ਆਫ ਅ ਸਰਕਲ, ਇਹਨੂੰ ਆਰਕ ਕਹਿੰਦੇ ਆ। ਜਦੋਂ ਚੱਕਰ ਦੇ ਉੱਪਰ ਤੁਸੀਂ ਕੋਈ ਦੋ ਬਿੰਦੂ ਲੈ ਲੇ, ਮੰਨ ਲਓ ਇੱਕ ਬਿੰਦੂ P ਔਰ ਇੱਕ ਬਿੰਦੂ Q ਹੈ, तो ए P तो लैके इत्थे तक दा चक्कर दा जड़ा हिस्सा है ए की कहलांदा है, चक्कर दी चाप। सो चाप ए देखो बेटा, ए बिंदु P तो लैके ए वाला हिस्सा। सो आम तौर ते चाप नू असी इस निशान दे नाल डिनोट करदे हां और ए साडे कोल की बन जाएगा, चाप PQ, चाप PQ।
ਸੋ 9ਵੀਂ ਕਲਾਸ ਹੁਣ ਤੁਸੀਂ ਜੇ ਧਿਆਨ ਨਾਲ ਦੇਖੋਗੇ ਇਹ ਦੋ ਬਿੰਦੂਆਂ ਨੇ ਵੀ ਇਸ ਚੱਕਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਹੈ। ਇਹ P ਤੋਂ Q ਤੱਕ ਇਹ ਛੋਟਾ ਹਿੱਸਾ ਜਿਹੜਾ ਵੈ ਉਹਨੂੰ ਅਸੀਂ ਕੀ ਕਵਾਂਗੇ, ਲਘੂ ਚਾਪ, ਮਾਈਨਰ ਆਰਕ, ਲਘੂ ਚਾਪ ਮਾਈਨਰ ਆਰਕ। ਸੋ ਇਹ ਤੁਹਾਡੇ ਕੋਲ ਕੀ ਬਣ ਜਾਏਗੀ, PQ ਕੀ ਬਣ ਜਾਏਗਾ, ਲਘੂ ਚਾਪ, ਜਿਹਨੂੰ ਅਸੀਂ ਇਸ ਤਰ੍ਹਾਂ ਲਿਖ ਦਾਂਗੇ ਮਾਈਨਰ ਆਰਕ। ਇਹ ਕੀ ਬਣ ਗਈ, ਮਾਈਨਰ ਆਰਕ PQ। याद रखो जे किसी चाप की लंबाई जड़ी है वो चक्कर दे घेरे तो अद्धी है तो वो हमेशा की होएगी, माइनर आर्क होएगी, लघु चाप होएगी। और जिस चाप की लंबाई जड़ी है वो चक्कर दे घेरे तो अद्धे घेरे अद्धी तो ज्यादा है, उहदे घेरे दे अद्धी तो ज्यादा है, हाफ तो ग्रेटर है, तो वो की बन जाएगी मेजर आर्क। ਹੁਣ ਅਸੀਂ ਇਹਨੂੰ ਤੇ PQ ਨੂੰ ਲਿਖ ਦਿੱਤਾ ਮਾਈਨਰ ਆਰਕ। ਹੁਣ ਇਹ ਸਾਡੇ ਕੋਲ ਕੀ ਹੈ, ਮੇਜਰ ਆਰਕ ਹੈ, ਇਹ ਵਾਲੀ ਦੇਖੋ। ਸੋ ਮੈਂ ਇੱਥੇ ਇੱਕ ਪੁਆਇੰਟ ਲੈ ਲੈਣਾ ਵਾ, ਸਪੋਜ਼ ਕਰੋ ਸੇ ਪੁਆਇੰਟ ਲੈ ਲਿਆ R, ਤੇ ਮੈਂ ਇਹਨੂੰ ਕੀ ਲਿਖ ਦਾਂਗਾ, दीर्घ चाप PRQ, यानी के मेजर आर्क PRQ। सो भलेखा ना पवे कि असी इत्थे लिख दईए PQ, ओ देखिए कि केड़ी आर्क है, मेजर है कि माइनर है। मैं इत्थे पॉइंट लैके इनू की करता, इत्थों पता लग गया कि की है PRQ की है, एक मेजर आर्क है, यानी कि एक दीर्घ आर्क है, एक की है वड्डी चाप है तुहाडे सामने। और ए P तो लैके Q तक दा डिस्टेंस जिहड़ा है वो की है, माइनर आर्क है, लघु चाप है। सो उम्मीद है कि तुहानू चाप बारे पता लग गया होगा। फिर एक बारी बेटा समझ लो, जे चक्कर दे उत्ते दो बिंदु दिते हुए हैं, इस चक्कर दे ऊपर दो पॉइंट्स दिते हुए हैं। सो एक बिंदु तो लैके दूसरे बिंदु तक है जिहड़ी आर्क चक्कर दा हिस्सा बनदा पिया है, इसनू असीं की कहने आ, आर्क कहने आ। जे वो हिस्सा चक्कर दे घेरे दे अद्धे नालों घट है तो वो माइनर आर्क बनेगी, यानी कि दीर्घ लघु चाप बनेगी। जे उस चाप का हिस्सा चक्कर दे घेरे सरकमफ्रेंस दे हाफ तो ज्यादा है तो वो ऑटोमेटिकली की बन जाएगी, दीर्घ चाप बनेगी। मेजर आर्क तुहाडे सामने जिवें मैं बनाई है वो बन जाएगी। सो ए साडे कोल की है, माइनर आर्क एंड मेजर आर्क। सो 9th क्लास जे वो दो बिंदु असी जड़े हुने इत्थे P और Q लिते सी, वो बिंदु असी जे इधर ले लिए चक्कर दे व्यास दे उत्ते वो बिंदु ले लिए P और Q, तां इत्थे याद रखन दी गल है तुहाडे वास्ते, ना तां कोई मेजर सेगमेंट बनेगी, ना ही कोई माइनर सेगमेंट बनेगी, ना तां दीर्घ चाप बनेगी ते ना ही लघु चाप बनेगी, क्योंकि ए व्यास दे उत्ते दोनों बिंदु है, ए दोनों पॉइंट्स जड़े है ए सर्कल नू हाफ हाफ डिवाइड कर देंदे है, आधा आधा वंड देंदे है। सो ए तुहाडे कोल अर्ध चक्कर आ जाएगा। ए जड़ा वे देखो बेटा, ए सारे दा सारा चक्कर दा की है, सरकमफ्रेंस है। बेसिकली तुसी की करदे हो, पॉइंट रख के इत्थे प्रकार रख के जदों चाप लगांदे हो, आर्क ही लगांदे हो, जड़ी घुमदी होई सारे बिंदुआं नू मिला के की बन जांदी है, एक सर्कल बन जांदी है। जदों क्लोज्ड फिगर आ जांदी है तुहाडे कोल, वो की बन जांदी है, एक सर्कल। सो जदों ए पॉइंट्स डायामीटर दे उत्ते यानी व्यास दे ऊपर हुंदे है तां ए चक्कर नू दो बराबर बराबर हिस्सियां दे विच वंडदे है। सो इत्थे ना तां कोई दीर्घ चाप बनदी है, ना कोई लघु चाप। ए P तो लैके Q तक दा ए पोर्शन भी तुहाडा सेमी सर्कल है, और P तो लैके नीचे वाला ए Q वाला सर्कल भी की है तुहाडा, की है, सेमी सर्कल है, अर्ध चक्कर ही बनेगा। इत्थे कोई भी दीर्घ चाप और लघु चाप तुहाडे कोल नहीं आएगी। सो इनू याद रखना है कि जदों भी डायामीटर दे उत्ते कोई दो बिंदु होंदे है और ए जिहड़ा व्यास है तुहाडा डायामीटर है, वो चक्कर नू दो बराबर बराबर हिस्सियां दे विच वंड दिंदा है। 9th क्लास इत्थे देखो बेटा, तुहाडे सामने ए एक सेंटर है चक्कर दा दित्ता है O बिंदु तो P बिंदु, OP एक अर्धव्यास है, OQ एक अर्धव्यास है। सो ए दो अर्धव्यास OP और OQ ने ए चक्कर दा एक हिस्सा देखो ए एक बनाया है। सो एनू ए हिस्सा अर्धव्यास द्वारा
ਰੇਡੀਅਸ ਦੁਆਰਾ ਬਣਾਇਆ ਗਿਆ ਇਹ ਪੋਰਸ਼ਨ ਹੈ, ਸੋ ਇਹਨੂੰ ਕਹਿੰਦੇ ਆ ਅਰਧਵਿਆਸੀ ਖੰਡ, ਇੰਗਲਿਸ਼ ਇਹਨੂੰ ਕੀ ਕਹਿੰਦੇ ਆ, ਸੈਕਟਰ। ਸੋ ਅਰਧਵਿਆਸੀ ਖੰਡ ਇਹ ਹਿੱਸਾ, ਇਹ ਵੱਡਾ ਹਿੱਸਾ ਵੇ, ਸੋ ਇਹਨੂੰ ਅਸੀਂ ਕੀ ਕਹਿੰਦੇ ਆ, ਦੀਰਘ ਅਰਧਵਿਆਸੀ ਖੰਡ। ਇੰਗਲਿਸ਼ ਵਿੱਚ ਇਹਨੂੰ ਅਸੀਂ ਕਹਿੰਦੇ ਆ ਮੇਜਰ ਸੈਕਟਰ। ਸੋ ਇਹਨੂੰ ਅਸੀਂ ਕੀ ਕਹਿੰਦੇ ਆ ਇੰਗਲਿਸ਼ ਵਿੱਚ, ਮੇਜਰ ਸੈਕਟਰ। ਔਰ ਇਹਨੂੰ ਅਸੀਂ ਕੀ ਕਵਾਂਗੇ, ਲਘੂ अर्धव्यासी खंड, यानी के माइनर सेक्टर। सो दो अर्धव्यासा द्वारा यह जड़ा पोर्शन जड़ा है बनया, यह हिस्सा जड़ा बनया हुआ है, खंड बनया हुआ है। सो यह जड़ा छोटे वाला है इनू असी कहांगे लघु अर्धव्यासी खंड, और जड़ा वड्डा बनया हुआ है वो बनया हुआ है दीर्घ अर्धव्यासी खंड, यानी कि वड्डा मेजर सेक्टर और माइनर सेक्टर। और यह अर्धव्यास जड़े है दोनों सेंटर ओ ते केड़े एंगल ते बनदे पे इनू असी नाम दे सकते हैं। यह थीटा एंगल ते बेटा एक दूसरे नाल मिलदे पए है। सो यह तुहाडे सामने की आ गया मेजर सेक्टर और माइनर सेक्टर। नौवीं जमात आओ बेटा हुण असी अभ्यास 10.1 दे सवाल हल करिए, जिहदे विच साडे कोल पहले खाली थावां भरनियां सी। इस एक्सरसाइज विच ऐसा कोई प्रश्न, चाहे वह खाली थां दे रूप दे विच है, चाहे सही गलत दे रूप दे विच है, जड़ा मैं अपने लैक्चर दे विच डिस्कस नहीं कीता। ते जे तुसी मेरे लैक्चर नूं सही तरीके नाल अटेंड कीता ते सारे दे सारे जवाब बेटा तुहानूं आंदे होणगे। चक्कर दा केंद्र चक्कर दे डैश भाग दे विच स्थित है। सो जे मान लिया कि सी एक चक्कर है, सो चक्कर दा केंद्र जड़ा वा बच्चा चक्कर दे डैश भाग, ऑप्शन की है अंदरूनी भाग या बाहरी भाग विच स्थित है। तो केंद्र किथे स्थित होंदा है, अंदरूनी भाग दे विच। सो यह किदे ते आएगा, चक्कर दे अंदरूनी भाग, अंदरूनी भाग विच स्थित है। केंद्र हमेशा चक्कर दे अंदरूनी भाग दे विच स्थित होंदा है। अगला की है एक बिंदु जिस दी चक्कर दे केंद्र तो दूरी अर्धव्यास नालों वध होवे चक्कर दे डैश विच स्थित हुंदा है। एक बिंदु जिस दी दूरी, जिस दी चक्कर दे केंद्र तो दूरी, ए चक्कर दा केंद्र है, इस तो दूरी अर्धव्यास नालों वध होवे। सो बेटा अर्धव्यास ते चक्कर दे उत्ते किधरे भी आएगा, ते जे अर्धव्यास नालों वध दूरी है, एदा मतलब ओ की बिंदु होएगा, चक्कर तो बाहर होएगा। असी कीता सीगा ना, जे दूरी घट है केंद्र दी उथों अर्धव्यास नालों घट है, चक्कर दे अंदर अर्धव्यास दे बराबर है तां चक्कर दे उत्ते, ते जे अर्धव्यास नालों वध है ते चक्कर दे बाहरी भाग विच, बाहरी भाग विच स्थित हुंदा है। तीसरा है चक्कर दी सब तो वड्डी जीवा चक्कर दा डैश हुंदा है। सो सब तो वड्डी जीवा, असी जीवा देखियां सीगियां ए वालियां। सो सब तो वड्डी जीवा कित्थे आई सी, जड़ी केंद्र तो गुजरदी है, और उस जीवा दा नाम की सीगा, वेरी गुड, व्यास। उस जीवा दा नाम की सीगा, व्यास, यानी कि डायामीटर। सो चौथा पॉइंट है एक चाप डैश हुंदा है जदों इस दे सिरे एक व्यास दे सिरे होण। ए भी असी कीता सीगा कि जे ए केंद्र है, मान लो ए तुहाडा डायामीटर है यानी व्यास है, और ए सिरे ए और बी एक व्यास दे सिरे होण, तां ए चाप की हुंदी है, ए चाप अर्ध चक्कर हुंदी है बेटा। की हुंदी है, अर्ध चक्कर। चक्कर खंड एक चाप अते डैश विचला भाग हुंदा है। सो असी चक्कर खंड बारे पढ़िया सीगा। ए तुहाडे कोल चक्कर है और ए तुहाडे कोल चक्कर खंड है, जड़ा दीर्घ चक्कर खंड है और लघु चक्कर खंड, मेजर सेगमेंट और माइनर सेगमेंट। सो ए चाप है, यह चाप ले लो या ए वाली चाप तुसी ले लो, आर्क ले लो। चाप और डैश विचकार, किदे विचकार, बिल्कुल सही, जीवा विचकार। जीवा यानी कि कॉर्ड विचकार बनया होया जड़ा ए वाला हिस्सा, ए भी चक्कर खंड है और ए भी चक्कर खंड है, जो एक चाप और जीवा विचला भाग हुंदा है।
ਔਰ ਲਾਸਟ ਵਨ ਹੈ ਸਾਡਾ ਇੱਕ ਚੱਕਰ ਜਿਸ ਤਲ ਵਿੱਚ ਸਥਿਤ ਹੈ ਉਸ ਨੂੰ ਡੈਸ਼ ਭਾਗਾਂ ਵਿੱਚ ਵੰਡਦਾ ਹੈ। ਇਹ ਮੈਂ ਤੁਹਾਨੂੰ ਸਭ ਤੋਂ ਪਹਿਲੇ ਸਮਝਾਇਆ ਸੀਗਾ। ਸਪੋਜ਼ ਇਹ ਚੱਕਰ ਅਸੀਂ ਡਰਾ ਕਰਤਾ ਤੇ ਕਿਹੜੇ ਕਿਹੜੇ ਭਾਗ ਆਏ ਸੀਗੇ? ਚੱਕਰ ਦਾ ਬਾਹਰੀ ਭਾਗ, ਚੱਕਰ ਦਾ ਅੰਦਰਲਾ ਭਾਗ ਔਰ ਚੱਕਰ ਆਪ। ਸੋ ਕਿੰਨੇ ਭਾਗ ਬਣ ਗਏ? ਬਾਹਰੀ, ਅੰਦਰੂਨੀ ਔਰ ਚੱਕਰ ਆਪ। ਕਿੰਨੇ? ਗੁੱਡ। 3 ਭਾਗਾਂ ਦੇ ਵਿੱਚ ਵੰਡਦਾ ਹੈ। ਹੁਣ ਅਸੀਂ ਸਹੀ ਗਲਤ ਯਾਨੀ ਕਿ ਟਰੂ ਫਾਲਸ ਕਰੀਏ। ਸੋ ਪਹਿਲਾ ਹੈ ਕੇਂਦਰ ਨੂੰ ਚੱਕਰ ਉੱਤੇ ਕਿਸੇ ਬਿੰਦੂ ਨਾਲ ਮਿਲਾਉਣ ਵਾਲਾ ਰੇਖਾਖੰਡ ਅਰਧ ਵਿਆਸ ਹੁੰਦਾ ਹੈ। ਸਪੋਜ਼ ਕਰ ਲਓ ਇਹ ਸਾਡੇ ਕੋਲ ਚੱਕਰ ਹੈ, ਇਹ ਕੇਂਦਰ ਹੈ ਤੇ ਕੇਂਦਰ ਨੂੰ ਮੈਂ ਕਿਸੇ ਵੀ ਬਿੰਦੂ ਨਾਲ ਇੱਧਰ ਕਿਸੇ ਵੀ ਬਿੰਦੂ ਨਾਲ ਮਿਲਾ ਦਾਂਗਾ ਤਾਂ ਉਹ ਜਿਹੜਾ ਰੇਖਾਖੰਡ ਬਣੇਗਾ ਉਹ ਕੀ ਬਣੇਗਾ? ਅਰਧ ਵਿਆਸ ਬਣੇਗਾ। ਇਹਦਾ ਮਤਲਬ ਕੀ ਹੈ? ਸਾਡਾ ਇਹ ਵਾਲੀ ਜਿਹੜੀ ਸਟੇਟਮੈਂਟ ਹੈ ਉਹ ਸੱਚ ਹੈ, ਸਹੀ ਹੈ। ਦੂਸਰਾ ਕੀ ਹੈ? ਇੱਕ ਚੱਕਰ ਵਿੱਚ ਸਮਾਨ ਲੰਬਾਈ ਦੀਆਂ ਸੀਮਤ ਜੀਵਾਵਾਂ ਹੁੰਦੀਆਂ ਹਨ। ਇੱਕ ਚੱਕਰ ਵਿੱਚ ਸਮਾਨ ਲੰਬਾਈ ਦੀਆਂ। ਸੋ ਬੇਟਾ ਜੇ ਮੈਂ ਇਹ ਸਰਕਲ ਡਰਾ ਕਰ ਰਿਹਾ ਵਾਂ, ਜੇ ਇਹ 3 ਸੈਂਟੀਮੀਟਰ ਅਸੀਂ ਜਾਂ 4 ਸੈਂਟੀਮੀਟਰ ਖਿੱਚੀ ਹੈ, ਇੱਥੇ ਵੀ 4 ਸੈਂਟੀਮੀਟਰ ਖਿੱਚ ਸਕਦੇ ਹਾਂ, ਇੱਥੇ ਵੀ 4 ਸੈਂਟੀਮੀਟਰ ਖਿੱਚ ਸਕਦੇ ਹਾਂ, ਇੱਥੇ ਵੀ 4 ਸੈਂਟੀਮੀਟਰ। ਅਸੀਂ ਇਨਫਾਈਨਾਈਟ ਟਾਈਮਸ ਜੜੀਆਂ ਕੌਰਡਸ ਯਾਨੀ ਕਿ ਜੀਵਾਵਾਂ ਖਿੱਚ ਸਕਦੇ ਹਾਂ। ਸੋ ਸੀਮਿਤ ਨਹੀਂ ਹੁੰਦੀਆਂ। ਇਹਦਾ ਮਤਲਬ ਕੀ ਹੈ ਕਿ ਇਹ ਸਟੇਟਮੈਂਟ ਸਾਡੇ ਕੋਲ ਕੀ ਹੈ? ਉਹ ਗਲਤ ਹੈ। ਔਰ ਤੀਸਰਾ ਹੈ ਜੇਕਰ ਇੱਕ ਚੱਕਰ ਨੂੰ 3 ਬਰਾਬਰ ਚਾਪਾਂ ਦੇ ਵਿੱਚ ਵੰਡ ਦਈਏ ਤਾਂ ਹਰੇਕ ਚਾਪ ਦੀਰਘ ਚਾਪ ਹੁੰਦੀ ਹੈ। 9th ਕਲਾਸ ਮੈਂ ਤੁਹਾਨੂੰ ਸਮਝਾਇਆ ਸੀਗਾ ਬੇਟਾ ਕਿ ਜਿਹੜੀ ਮੇਜਰ ਆਰਕ ਔਰ ਮਾਈਨਰ ਆਰਕ ਯਾਨੀ ਦੀਰਘ ਆਰਕ ਜਾਂ ਜਿਹੜੀ ਲਘੂ ਚਾਪ ਹੈ, ਮੇਜਰ ਆਰਕ ਔਰ ਮਾਈਨਰ ਆਰਕ। ਸੋ ਦੀਰਘ ਚਾਪ ਦਾ ਜਿਹੜੀ ਲੰਬਾਈ ਹੈ ਉਹ ਅਰਧ ਚੱਕਰ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ, ਤਦੇ ਹੀ ਉਹਨੂੰ ਦੀਰਘ ਚਾਪ ਕਹਿੰਦੇ ਆ। ਹੁਣ ਜੇ ਅਸੀਂ ਇਹਨੂੰ 3 ਬਰਾਬਰ ਹਿੱਸਿਆਂ ਦੇ ਵਿੱਚ ਸਪੋਜ਼ ਕਰੋ ਇੱਥੇ ਵੰਡ ਦਿੰਨੇ ਆ ਇਹ 3 ਬਰਾਬਰ ਹਿੱਸੇ, ਤਾਂ ਤੁਸੀਂ ਇਹ ਦੇਖੋ 1 2 ਔਰ 3 ਇਹਨਾਂ ਦੀ ਲੰਬਾਈ ਜਿਹੜੀ ਹੈ ਉਹ ਅਰਧ ਚੱਕਰ ਜਿਹੜਾ ਵੈ ਸੈਮੀ ਸਰਕਲ ਉਹ ਜਿਹੜੀ ਆਰਕ ਬਣੇਗੀ ਉਹਦੇ ਨਾਲੋਂ ਘੱਟ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਦੀਰਘ ਚਾਪ ਨਹੀਂ ਕਹਿ ਸਕਦੇ। ਇਹਦਾ ਮਤਲਬ ਕੀ ਹੈ? ਸਾਡੀ ਇਹ ਸਟੇਟਮੈਂਟ ਵੀ ਕੀ ਹੈ? ਗਲਤ ਹੈ ਯਾਨੀ ਕਿ ਝੂਠ ਹੈ। ਚੱਕਰ ਦੀ ਇੱਕ ਜੀਵਾ ਜਿਸ ਦੀ ਲੰਬਾਈ ਅਰਧ ਵਿਆਸ ਤੋਂ ਦੁੱਗਣੀ ਹੋਵੇ ਚੱਕਰ ਦਾ ਵਿਆਸ ਹੁੰਦੀ ਹੈ। ਸੋ ਤੁਹਾਨੂੰ ਪਤਾ ਹੈ ਬੇਟਾ ਕਿ ਇਹ ਇੱਕ ਚੱਕਰ ਦੇ ਵਿੱਚ ਜਿਹੜੀ ਲੌਂਗੇਸਟ ਕੋਰਡ ਹੈ, ਸਭ ਤੋਂ ਲੰਬੀ ਜੀਵਾ, ਉਹ ਸੈਂਟਰ ਤੋਂ ਹੋ ਕੇ ਗੁਜ਼ਰਦੀ ਹੈ ਔਰ ਉਹ ਆਟੋਮੈਟਿਕਲੀ ਚੱਕਰ ਦਾ ਵਿਆਸ ਬਣ ਜਾਂਦੀ ਹੈ ਔਰ ਉਹਦੀ ਲੰਬਾਈ ਜਿਹੜੀ ਹੈ ਅਰਧ ਵਿਆਸ ਤੋਂ ਦੁੱਗਣੀ ਹੁੰਦੀ ਹੈ। ਇਹਦਾ ਮਤਲਬ ਇਹਦੀ ਸਾਡੀ ਇਹ ਸਟੇਟਮੈਂਟ ਕੀ ਹੈ? ਬਿਲਕੁਲ ਸਹੀ। ਅਰਧ ਵਿਆਸੀ ਖੰਡ ਜੀਵਾ ਅਤੇ ਸੰਗਤ ਚਾਪ ਦੇ ਵਿਚਲਾ ਖੇਤਰ ਹੁੰਦਾ ਹੈ। ਸੋ ਅਸੀਂ ਪੜਿਆ ਸੀਗਾ ਬੱਚੇ ਅਰਧ ਵਿਆਸੀ ਖੰਡ ਇਹ ਆਪਣੇ ਨਾਮ ਤੋਂ ਹੀ ਕਲੀਅਰ ਹੈ। ਸੈਕਟਰ ਅਰਧ ਵਿਆਸੀ ਖੰਡ ਅਰਧ ਵਿਆਸ ਤੋਂ ਬਣਦਾ ਹੈ। ਅਰਧ ਵਿਆਸ ਔਰ ਚਾਪ ਦੇ ਵਿਚਕਾਰਲਾ ਖੇਤਰ ਹੁੰਦਾ ਹੈ। ਇਹ ਵਾਲਾ ਸਾਰਾ ਖੇਤਰ ਕੀ ਹੁੰਦਾ ਹੈ? ਅਰਧ ਵਿਆਸੀ ਖੰਡ ਹੁੰਦਾ ਹੈ। ਲੇਕਿਨ ਇਹਨੇ ਕੀ ਕਿਹਾ ਹੈ? ਜੀਵਾ ਔਰ ਚਾਪ ਦੇ ਵਿਚਕਾਰਲੇ ਤੇ ਮੇਜਰ ਸੈਗਮੈਂਟ ਮਾਈਨਰ ਸੈਗਮੈਂਟ ਦੀਰਘ ਚੱਕਰ ਖੰਡ ਔਰ ਲਘੂ ਚੱਕਰ ਖੰਡ ਹੁੰਦੇ ਹੈ। ਸੋ ਸਾਡੀ ਇਹ ਸਟੇਟਮੈਂਟ ਕੀ ਹੈ? ਗਲਤ ਹੈ। ਚੱਕਰ ਇੱਕ ਸਮਤਲ ਆਕ੍ਰਿਤੀ ਹੈ ਬੇਟਾ, ਇਹ ਇੱਕ ਪਲੇਨ ਉੱਤੇ ਬਣੀ ਹੋਈ ਹੈ। ਸਾਡੀ ਇਹ ਵਾਲੀ ਆਕ੍ਰਿਤੀ ਕੀ ਹੈ? ਇੱਕ ਸਮਤਲ ਆਕ੍ਰਿਤੀ ਹੈ। ਇਹਦਾ ਮਤਲਬ ਕੀ ਹੈ? ਸਾਡੀ ਇਹ ਵਾਲੀ ਸਟੇਟਮੈਂਟ ਜਿਹੜੀ ਹੈ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਸੋ 9th ਕਲਾਸ, ਉਮੀਦ ਹੈ ਅੱਜ ਦੇ ਲੈਕਚਰ ਦੇ ਵਿੱਚ ਤੁਹਾਨੂੰ ਜੋ ਕੁਝ ਸਮਝਾਇਆ ਗਿਆ ਹੈ ਉਹ ਤੁਹਾਨੂੰ ਅੱਛੀ ਤਰ੍ਹਾਂ ਆ ਜਾਏਗਾ। ਇਹ ਸਰਕਲ ਦਾ ਬੇਸਿਕ ਕਨਸੈਪਟ ਹੈ ਜੋ ਤੁਹਾਨੂੰ ਸਮਝ ਆ ਜਾਣਾ ਚਾਹੀਦਾ ਹੈ, ਕਿਉਂਕਿ ਅਗਲੇ ਚੈਪਟਰਸ ਦੇ ਵਿੱਚ ਜੇ ਸਾਡਾ ਬੇਸ ਸਹੀ ਤਰੀਕੇ ਦੇ ਨਾਲ ਬਣ ਜਾਂਦਾ ਹੈ, ਸਾਨੂੰ ਚੀਜ਼ਾਂ ਸਮਝ ਆ ਜਾਂਦੀਆਂ ਤੇ ਅਗਲੀਆਂ ਐਕਸਰਸਾਈਜ਼ਸ ਸੋਲਵ ਕਰਨੀਆਂ ਔਰ ਸਮਝਣੀਆਂ ਸਾਡੇ ਵਾਸਤੇ ਆਸਾਨ ਹੋ ਜਾਣਗੀਆਂ। ਥੈਂਕ ਯੂ ਬੇਟਾ।